ਕੈਨੇਡਾ ਵਿੱਚ ਹਵਾਈ ਸਫ਼ਰ ਦੇ ਰਾਹੀਂ ਵੱਖੋ ਵੱਖਰੇ ਦੇਸ਼ਾਂ ਤੋਂ ਜੋ ਵੀ ਯਾਤਰੀ ਆਉਣਗੇ ਉਹਨਾਂ ਦੇ ਵਾਸਤੇ ਹੋਟਲ 'ਚ ਕੁਆਰੰਟਾਈਨ ਦੇ ਬਾਰੇ ਨਵਾਂ ਐਲਾਨ ਜੋ ਹੋਇਆ ਉਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ। 3 ਦਿਨ ਤੱਕ ਦਾ ਸਮਾਂ ਹੋਵੇਗਾ ਜਦੋਂ ਤੱਕ ਆਪਣੇ ਖਰਚੇ ਦੇ ਉੱਤੇ 에ਅਰਪੋਰਟ ਦੇ ਉੱਤੇ ਪਹੁੰਚਣ ਤੋਂ ਬਾਅਦ ਹੋਟਲ 'ਚ ਕੁਆਰੰਟਾਈਨ ਕਰਨਾ ਪਵੇਗਾ। ਫਰਵਰੀ 22 ਤੋਂ ਇਹ ਹਦਾਇਤ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਫਰਵਰੀ 12 ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਫਰਵਰੀ 22 ਤੋਂ ਹੋਟਲ ਦੇ ਵਿੱਚ ਕੁਆਰੰਟਾਈਨ ਦੀ ਜੋ ਹਦਾਇਤ ਹੈ ਉਹ ਲਾਗੂ ਹੋ ਰਹੀ ਹੈ। ਇਸ ਦੇ ਬਾਰੇ 2 ਹਫ਼ਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਲਾਨ ਵੀ ਕਰ ਚੁੱਕੇ ਸਨ। ਜਿਹੜੇ ਵੀ ਯਾਤਰੀ 에ਅਰਪੋਰਟ ਦੇ ਉੱਤੇ ਪਹੁੰਚਣਗੇ ਉੱਥੇ ਪਹਿਲਾਂ ਉਹਨਾਂ ਦਾ PCR ਟੈਸਟ ਹੋਵੇਗਾ ਤੇ ਉਸ ਤੋਂ ਬਾਅਦ ਉਸ ਟੈਸਟ ਦੀ ਰਿਪੋਰਟ ਦੇ ਵਾਸਤੇ ਉਹਨਾਂ ਨੂੰ ਉਡੀਕ ਕਰਨੀ ਪਵੇਗੀ ਤੇ ਉਹ ਉਡੀਕ ਹੋਟਲ ਦੇ ਵਿੱਚ ਹੀ ਕਰਨਗੇ ਤੇ ਜੋ ਹੋਟਲ ਦਾ ਸਟਾਫ ਹੋਵੇਗਾ ਉਹ ਖੁਦ ਯਾਤਰੀਆਂ ਨੂੰ 에ਅਰਪੋਰਟ ਤੋਂ ਹੋਟਲ ਦੇ ਵਿੱਚ ਲਿਜਾਣ ਦਾ ਕੰਮ ਕਰੇਗਾ ਜਿੱਥੇ ਕਿ ਯਾਤਰੀਆਂ ਨੂੰ ਰਹਿਣ ਦੇ ਵਾਸਤੇ ਸਾਰੀ ਸਹੂਲਤ ਮਿਲੇਗੀ ਤੇ ਨਾਲ ਹੀ ਉਹਨਾਂ ਨੂੰ ਭੋਜਨ ਤੋਂ ਲੈ ਕੇ ਇੰਟਰਨੈਟ ਸਰਵਿਸ, ਟੀਵੀ ਤੇ ਰੇਡੀਓ ਸਾਰੀਆਂ ਮੁੱਢਲੀਆਂ ਸਹੂਲਤਾਂ ਨੇ ਜੋ ਮਿਲਣਗੀਆਂ। ਪਰ ਇਸ ਦੇ ਵਾਸਤੇ ਵੀ ਕਿਹਾ ਗਿਆ ਹੈ ਕਿ ਯਾਤਰੀਆਂ ਦੇ ਲਈ ਹੋਟਲ 'ਚ ਕੁਆਰੰਟਾਈਨ ਦਾ ਜੋ ਖਰਚਾ ਹੈ ਉਹ $2000 ਤੱਕ ਦਾ ਹੋ ਸਕਦਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਕਿਹਾ ਕਿ ਜੋ PCR ਟੈਸਟ ਹੈ ਉਹ ਰੈਪਿਡ ਟੈਸਟ ਦੇ ਨਾਲੋਂ ਜ਼ਿਆਦਾ ਸਹੀ ਨਤੀਜੇ ਦੱਸਣ ਦੇ ਵਿੱਚ ਸਮਰੱਥ ਹੈ ਜਿਸ ਕਰਕੇ PCR ਟੈਸਟ ਹੋਵੇਗਾ ਤੇ PCR ਟੈਸਟ ਦੀ ਜੋ ਰਿਪੋਰਟ ਹੈ ਉਹ ਕਰੀਬ 3 ਦਿਨ ਦੇ ਸਮੇਂ ਦੇ ਵਿੱਚ ਆਉਂਦੀ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਰਿਪੋਰਟ 24 ਘੰਟੇ ਦੇ ਵਿੱਚ ਵੀ ਆ ਜਾਂਦੀ ਹੈ ਤਾਂ ਜੇਕਰ ਰਿਪੋਰਟ ਨੈਗੇਟਿਵ ਹੋਵੇ ਤਾਂ ਯਾਤਰੀ ਹੋਟਲ ਦੇ ਵਿੱਚੋਂ ਉਸੇ ਸਮੇਂ ਬਾਹਰ ਜਾ ਸਕਦੇ ਨੇ ਤੇ ਫਿਰ ਉਹਨਾਂ ਨੂੰ 14 ਦਿਨ ਦੇ ਵਾਸਤੇ ਕੁਆਰੰਟਾਈਨ ਉਸ ਥਾਂ ਦੇ ਉੱਤੇ ਕਰਨਾ ਪਵੇਗਾ ਜਿੱਥੇ ਉਹਨਾਂ ਨੇ ਆਪਣਾ ਵਸੀਲਾ ਪਹਿਲਾਂ ਹੀ ਕੀਤਾ ਹੋਇਆ ਹੋਵੇਗਾ। 15 ਫਰਵਰੀ ਤੋਂ ਲਾਗੂ ਹੋ ਰਿਹਾ ਹੈ ਕਿ ਲੈਂਡ ਬਾਰਡਰ ਦੇ ਰਾਹੀਂ ਜੋ ਕੈਨੇਡਾ ਦੇ ਵਿੱਚ ਆਉਣਗੇ ਉਹਨਾਂ ਦੇ ਕੋਲ ਨੈਗੇਟਿਵ ਟੈਸਟ ਰਿਪੋਰਟ ਹੋਣੀ ਜ਼ਰੂਰੀ ਹੈ। ਇੱਥੇ ਵੀ ਜ਼ਿਕਰਯੋਗ ਹੈ ਕਿ ਜੇਕਰ 72 ਘੰਟੇ ਦੇ ਵਿੱਚ COVID-19 ਦਾ ਟੈਸਟ ਕਰਵਾਇਆ ਹੋਇਆ ਤੇ ਉਸ ਦੀ ਨੈਗੇਟਿਵ ਰਿਪੋਰਟ ਨਾ ਹੋਵੇ ਤੇ ਯਾਤਰੀ ਉਹ ਨਾ ਦਿਖਾ ਸਕਣ ਤਾਂ ਉਹਨਾਂ ਨੂੰ $3000 ਤੱਕ ਦਾ ਫਾਈਨ ਵੀ ਲੱਗ ਸਕਦਾ ਹੈ। ਤੇ ਲੈਂਡ ਬਾਰਡਰ ਦੇ ਰਾਹੀਂ ਜੋ ਐਸੈਂਸ਼ੀਅਲ ਟਰੈਵਲਰਸ ਨੇ ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਆਉਂਦੇ ਨੇ ਉਹਨਾਂ ਦੇ ਉੱਤੇ ਹਦਾਇਤ ਲਾਗੂ ਨਹੀਂ ਹੁੰਦੀ। In addition to suspending flights to sun destinations, international flights are now arriving at only 4 major Canadian airports. And no matter the flight, everyone must have proof of a negative PCR test taken within 72 hours of boarding. Starting today, people returning by land borders will also need to show proof of a negative PCR test taken within 72 hours before arrival. And all returning travelers must quarantine for 14 days after coming home or risk heavy fines and possible jail time. These are some of the strongest measures in the world. But with new variants emerging, we're stepping them up even further. Later today, Ministers Hajdu, Blair and LeBlanc will announce the details of new testing, quarantine and enforcement for everyone flying or driving back to Canada. These measures will take effect starting February 22nd. Putting these additional measures in place is a true team effort. To Canadian Airlines and border agents, thank you. To public health employees, to hotel workers and owners, thank you for all the work you're doing and for doing your part.